ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਵਰਲਡ ਹਿਸਟਰੀ ਦੇ ਬਹੁਤ ਹੀ ਮਹੱਤਵਪੂਰਨ ਟੌਪਿਕ ਪੁਨਰ ਜਾਗਰਣ ਦੀ। ਪੁਨਰ ਜਾਗਰਣ ਦੇ ਵਿੱਚੋਂ ਜਿਹੜੇ ਕਾਫੀ ਪ੍ਰਸ਼ਨ ਨੇਗੇ ਉਹ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਅੱਜ ਆਪਾਂ ਇਸ ਨੂੰ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ, ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਦੇਖਣਾ ਜੀ। ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਟੌਪਿਕ ਪੁਨਰ ਜਾਗਰਣ। ਪੁਨਰ ਜਾਗਰਣ ਨੂੰ ਆਪਾਂ ਤਿੰਨ ਕਾਲ ਦੇ ਵਿੱਚ ਵੰਡ ਲੈਂਦੇ ਹਾਂ। ਪਹਿਲੇ ਨੰਬਰ 'ਤੇ ਪ੍ਰਾਚੀਨ ਕਾਲ, ਦੂਜੇ 'ਤੇ ਮੱਧੇ ਕਾਲ, ਤੀਜੇ 'ਤੇ ਆਧੁਨਿਕ ਕਾਲ। ਪ੍ਰਾਚੀਨ ਕਾਲ ਦੇ ਵਿੱਚ ਕੀ ਹੋਇਆ? ਪ੍ਰਾਚੀਨ ਕਾਲ ਦੇ ਵਿੱਚ ਪਹਿਲਾਂ ਕੀ ਹੋਇਆ? ਮਨੁੱਖ ਦੀ ਉਤਪੱਤੀ ਹੋਈ। ਉਸਨੇ ਜਿਉਂਦੇ ਰਹਿਣ ਦੇ ਲਈ ਤਰਕ ਅਤੇ ਬੁੱਧੀ ਦਾ ਜਿਹੜਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਰਕ ਅਤੇ ਬੁੱਧੀ ਦਾ ਪ੍ਰਯੋਗ ਕਰਦਿਆਂ ਹੀ ਉਸਨੇ ਜਿਹੜੀ ਆ ਕਈ ਮਹੱਤਵਪੂਰਨ ਖੋਜਾਂ ਕੀਤੀਆਂ, ਜਿਵੇਂ ਕਿ ਅੱਗ ਦੀ ਖੋਜ, ਪਹੀਏ ਦੀ ਖੋਜ, ਖੇਤੀਬਾੜੀ ਅਤੇ ਪਸ਼ੂ ਪਾਲਣਾ ਆਦਿ ਜਿਹੜਾ ਸਿੱਖ ਲਿਆ ਸੀ। ਇਸ ਸਮੇਂ ਮਨੁੱਖ ਜਾਗਰਣ ਦੀ ਅਵਸਥਾ ਦੇ ਵਿੱਚ ਪਹੁੰਚ ਚੁੱਕਿਆ ਸੀਗਾ ਜੀ। ਜਾਗਰਣ ਹੋਣ ਦੇ ਨਾਲ ਨਾਲ ਹੀ ਕੀ ਹੋਇਆ? ਜਿਹੜਾ ਮੱਧਕਾਲੀਨ ਦਾ ਸਮਾਂ ਆ ਗਿਆ। ਮੱਧਕਾਲੀਨ ਦੇ ਵਿੱਚ ਧਰਮ ਦੇ ਪ੍ਰਭਾਵ ਦੇ ਵਿੱਚ ਮਨੁੱਖ ਆ ਗਿਆ ਸੀਗਾ। ਧਰਮ ਦੇ ਪ੍ਰਭਾਵ ਥੱਲੇ ਆਉਣ ਦੇ ਨਾਲ ਕੀ ਹੋਇਆ? ਮਨੁੱਖ ਜਿਹੜਾ ਕਰਮਕਾਂਡਾਂ ਅਤੇ ਪਖੰਡਾਂ ਦੇ ਵਿੱਚ ਵਿਸ਼ਵਾਸ ਕਰਨ ਲੱਗ ਗਿਆ। ਇਹ ਸਮਾਂ ਆਉਂਦਿਆਂ ਤੇ ਹੀ ਧਰਮ ਅਤੇ ਚਰਚ ਦਾ ਪ੍ਰਭਾਵ ਸੀਗਾ ਜਿਹੜਾ ਉਹ ਵੱਧ ਗਿਆ ਸੀ। ਲੋਕ ਕਰਮਕਾਂਡਾਂ ਅਤੇ ਪਖੰਡਾਂ ਦੇ ਵਿੱਚ ਜੁੜ ਗਏ ਸੀ। ਸਾਰਾ ਕੁਝ ਰੱਬ ਨੇ ਕੀਤਾ, ਬਸ ਇਸ ਗੱਲ ਨੂੰ ਹੀ ਮੰਨਣ ਲੱਗ ਗਏ ਸੀ। ਇਸ ਸਮੇਂ ਮਨੁੱਖ ਧਰਮ ਦੇ ਬੰਧਨਾਂ ਦੇ ਵਿੱਚ ਫਸ ਗਿਆ ਸੀ। ਕਿਸੇ ਵੀ ਕਿਸਮ ਦਾ ਪ੍ਰਸ਼ਨ ਸੀਗਾ ਉਹ ਨਹੀਂ ਕਰਦਾ ਸੀ ਅਤੇ ਦਿਮਾਗ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਸੀ। ਤਰਕ ਅਤੇ ਬੁੱਧੀ ਦਾ ਜਿਹੜਾ ਸੀਮਤ ਪ੍ਰਯੋਗ ਹੋ ਗਿਆ ਸੀਗਾ ਜੀ ਉਸ ਸਮੇਂ। ਆਧੁਨਿਕ ਕਾਲ ਆਉਂਦਿਆਂ ਮਨੁੱਖ ਜਿਹੜਾ ਸੁਸਤ ਅਤੇ ਅਵਚੇਤਨ ਅਵਸਥਾ ਦੇ ਵਿੱਚ ਹੀ ਸੀ। ਫਿਰ ਕੁਝ ਅਜਿਹੀਆਂ ਪਰਿਸਥਿਤੀਆਂ ਬਣੀਆਂ ਜਿਨ੍ਹਾਂ ਦਾ ਜਿਹੜਾ ਕਿ ਹੱਲ ਹੈਗਾ ਉਹ ਧਰਮ ਨਹੀਂ ਕੱਢ ਸਕਿਆ। ਇਸ ਸਮੇਂ ਹੀ ਜਿਹੜਾ ਯਰੂਸ਼ਲਮ ਨੂੰ ਲੈ ਕੇ ਧਰਮ ਯੁੱਧ ਛਿੜ ਗਿਆ ਸੀ, ਜਿਸ ਵਿੱਚ ਇੱਕ ਪਾਸੇ ਈਸਾਈ ਅਤੇ ਦੂਜੇ ਪਾਸੇ ਮੁਸਲਮਾਨ ਸੀ। ਈਸਾਈ ਧਰਮ ਗੁਰੂਆਂ ਨੇ ਕਿਹਾ ਸੀ ਕਿ ਈਸਾਈ ਨੇਗੇ ਉਹ ਜਿੱਤਣਗੇ, ਪਰ ਹੋਇਆ ਇਸ ਦੇ ਉਲਟ। ਈਸਾਈ ਹਾਰ ਗਏ। ਇਸ ਦੇ ਨਾਲ ਕਈ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਨਾਲ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਉੱਠ ਗਿਆ ਸੀ। ਫਿਰ ਕੀ ਹੋਇਆ? ਫਿਰ ਜਿਹੜਾ ਲੋਕਾਂ ਨੂੰ ਤਰਕ ਦੀ ਲੋੜ ਸੀ ਅਤੇ ਤਰਕ ਦੀ ਜਿਹੜੀ ਉਹਨਾਂ ਨੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਕੀ ਹੋ ਗਿਆ? ਪੁਨਰ ਜਾਗਰਣ। ਇਹ ਸੀਗੀ ਜਿਹੜੀ ਅਵਸਥਾ ਸੀਗੀ, ਪੁਨਰ ਜਾਗਰਣ ਦੀ ਅਵਸਥਾ ਸੀ। ਅੱਗੇ ਆਪਾਂ ਪੜ੍ਹਦੇ ਹਾਂ ਪੁਨਰ ਜਾਗਰਣ ਨੂੰ ਪੂਰੀ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੁਨਰ ਜਾਗਰਣ। ਪੁਨਰ ਜਾਗਰਣ ਕਹਿੰਦੇ ਕਿਹਨੂੰ ਨੇ? ਤਾਂ ਪੁਨਰ ਜਾਗਰਣ ਆ ਜਿਹੜਾ ਮੱਧਕਾਲੀਨ ਦੌਰਾਨ ਹੋਏ ਅੰਦੋਲਨਾਂ ਨੂੰ ਹੀ ਪੁਨਰ ਜਾਗਰਣ ਕਿਹਾ ਜਾਂਦਾ ਵਾ ਜੀ। ਪੁਨਰ ਜਾਗਰਣ ਦਾ ਅਰਥ ਕੀ ਆ? ਜੇ ਇਹਦਾ ਅਰਥ ਦੇਖਿਆ ਜਾਵੇ ਤਾਂ ਉਹ ਹੈਗਾ ਪੁਨਰ ਜਨਮ ਜਾਂ ਫਿਰ ਤੋਂ ਜਾਗ ਜਾਣਾ। ਪੁਨਰ ਜਾਗਰਣ ਦਾ ਆਰੰਭ ਸੀਗਾ ਜਿਹੜਾ ਉਹ ਇਟਲੀ ਦੇ ਫਲੋਰੈਂਸ ਸ਼ਹਿਰ ਤੋਂ ਆਰੰਭ ਹੋ ਕੇ ਸਾਰੇ ਯੂਰਪ ਵਿੱਚ ਫੈਲ ਗਿਆ ਸੀ। ਇਸ ਦਾ ਸਮਾਂ ਜਿਹੜਾ ਵਾ ਉਹ 14ਵੀਂ ਸ਼ਤਾਬਦੀ ਤੋਂ ਲੈ ਕੇ 17ਵੀਂ ਸ਼ਤਾਬਦੀ ਤੱਕ ਦਾ ਹੋਇਆ ਮੰਨਿਆ ਜਾਂਦਾ। ਇਟਲੀ ਤੋਂ ਹੀ ਪੁਨਰ ਜਾਗਰਣ ਦੀ ਸ਼ੁਰੂਆਤ ਕਿਉਂ ਹੋਈ? ਕਿਉਂਕਿ ਜਿਹੜਾ ਇਟਲੀ ਦੀ ਭੂਗੋਲਿਕ ਸਥਿਤੀ ਸੀ ਇਸ ਦੇ ਅਨੁਕੂਲ ਸੀਗੀ। ਇਟਲੀ ਭੂਮੱਧ ਸਾਗਰ ਦੇ ਵਿਚਕਾਰ ਸੀ ਅਤੇ ਇਟਲੀ ਵਪਾਰ ਦਾ ਕੇਂਦਰ ਬਿੰਦੂ ਬਣ ਗਿਆ ਸੀਗਾ। ਇਹ ਉਸ ਸਮੇਂ ਦੀ ਗੱਲ ਆ। ਵਪਾਰ ਹੋਣ ਦੇ ਨਾਲ ਨਾਲ ਇਟਲੀ ਵਿੱਚ ਕਾਫੀ ਤਰੱਕੀ ਹੋਈ ਅਤੇ ਮੱਧ ਵਪਾਰੀ ਵਰਗ ਦਾ ਜਨਮ ਹੋਇਆ, ਜਿਨ੍ਹਾਂ ਨੇ ਸਮਤਾ ਅਤੇ ਪੌਪ ਦੀ ਪਰਵਾਹ ਕਰਨੀ ਬੰਦ ਕਰ ਦਿੱਤੀ ਸੀ। ਪੁਨਰ ਜਾਗਰਣ ਦੌਰਾਨ ਆਏ ਕ੍ਰਾਂਤੀਕਾਰੀ ਪਰਿਵਰਤਨ। ਤਾਂ ਜਿਹੜੇ ਪਰਿਵਰਤਨ ਸੀ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਆਏ ਸੀਗੇ? ਤਾਂ ਉਹ ਆਏ ਸੀਗੇ ਜੀ ਜੋਤਿਸ਼ ਸ਼ਾਸਤਰ, ਗਣਿਤ, ਭੌਤਿਕ, ਰਸਾਇਣਿਕ ਸ਼ਾਸਤਰ, ਚਿਕਿਤਸਾ ਅਤੇ ਜੀਵ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ ਬਹੁਤ ਯੋਗਦਾਨ ਹੋਇਆ। ਪੁਨਰ ਜਾਗਰਣ ਵਿੱਚ ਵਿਚਾਰਿਕ ਅਤੇ ਦਾਰਸ਼ਨਿਕ ਯੋਗਦਾਨ। ਜੇਕਰ ਦੇਖਿਆ ਜਾਵੇ ਵੀ ਪੁਨਰ ਜਾਗਰਣ ਦੇ ਵਿੱਚ ਦਾਰਸ਼ਨਿਕ ਯੋਗਦਾਨ ਕਿਹਨਾਂ ਨੇ ਪਾਇਆ ਸੀਗਾ, ਤਾਂ ਉਹ ਪਾਇਆ ਸੀਗਾ ਜੀ ਪੁਨਰ ਜਾਗਰਣ ਦੇ ਲਈ ਫਲੋਰੈਂਸ ਸ਼ਹਿਰ ਇਟਲੀ ਦੇ ਮਹਾਨ ਕਵੀ ਦੰਤੇ ਨੂੰ ਅਗਰਦੂਤ ਮੰਨਿਆ ਜਾਂਦਾ ਹੈ। ਜਿਹੜਾ ਸਭ ਤੋਂ ਵੱਧ ਜਿਹੜਾ ਪੁਨਰ ਜਾਗਰਣ ਦੇ ਵਿੱਚ ਯੋਗਦਾਨ ਪਾਇਆ ਤਾਂ ਉਹ ਪਾਇਆ ਸੀਗਾ ਜੀ ਦੰਤੇ ਨੇ। ਦੰਤੇ ਇੱਕ ਮਹਾਨ ਕਵੀ ਸੀ ਜੋ ਕਿ ਇਟਲੀ ਸ਼ਹਿਰ ਦੇ ਫਲੋਰੈਂਸ ਨਗਰ ਦੇ ਵਿੱਚ ਰਹਿਣ ਵਾਲਾ ਸੀ। ਇਸ ਨੂੰ ਪੁਨਰ ਜਾਗਰਣ ਦਾ ਅਗਰਦੂਤ ਕਿਹਾ ਜਾਂਦਾ ਸੀ। ਇਸ ਦਾ ਜਿਹੜਾ ਯੋਗਦਾਨ ਸੀਗਾ ਉਹ ਸੀਗਾ ਇਸਨੇ ਪ੍ਰਾਚੀਨ ਲੈਟਿਨ ਭਾਸ਼ਾ ਨੂੰ ਛੱਡ ਕੇ ਤਤਕਾਲੀਨ ਇਟਲੀ ਦੀ ਬੋਲਚਾਲ ਦੀ ਭਾਸ਼ਾ ਟਸਕਨ ਵਿੱਚ ਡਿਵਾਈਨ ਕਮੇਡੀ ਨਾਂ ਦਾ ਕਾਵਿ ਲਿਖਿਆ ਅਤੇ ਇੱਕ ਸਵਰਗ ਅਤੇ ਨਰਕ ਦੀ ਕਾਲਪਨਿਕ ਯਾਤਰਾ ਦਾ ਵਰਣਨ ਕੀਤਾ। ਅੱਗੇ ਦੇਖਦੇ ਹਾਂ ਪੁਨਰ ਜਾਗਰਣ ਦੇ ਵਿੱਚ ਦਾਂਤੇ ਤੋਂ ਬਾਅਦ ਜਿਹੜਾ ਵਿਚਾਰਿਕ ਅਤੇ ਦਾਰਸ਼ਨਿਕ ਯੋਗਦਾਨ ਕਿਹਨਾਂ ਨੇ ਪਾਇਆ ਸੀ, ਤਾਂ ਉਹਦੇ ਵਿੱਚ ਆ ਜਾਂਦਾ ਜੀ ਪੈਟਰਿਕ, ਜਿਨ੍ਹਾਂ ਨੂੰ ਮਾਨਵਤਾਵਾਦ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਇਹਨਾਂ ਦਾ ਮੰਨਣਾ ਸੀਗਾ ਵੀ ਜਿਹੜਾ ਮਾਨਵ ਆ ਉਹੀ ਆ ਜਿਹੜਾ ਸੰਸਾਰ ਨੂੰ ਚਲਾ ਰਿਹਾ ਵਾ। ਪਰ ਪਹਿਲਾਂ ਜਿਹੜੇ ਪੌਪ ਸੀਗੇ ਜਾਂ ਪਾਦਰੀ ਸੀਗੇ ਉਹ ਕੀ ਕਹਿੰਦੇ ਸੀਗੇ? ਉਹ ਕਹਿੰਦੇ ਸੀਗੇ ਵੀ ਸਾਰਾ ਕੁਛ ਜਿਹੜਾ ਉਹ ਰੱਬ ਕਰਦਾ ਵਾ। ਪਰ ਪੈਟਰਿਕ ਇਸ ਦੇ ਉਲਟ ਚੱਲਦਾ ਸੀਗਾ ਅਤੇ ਉਸਨੇ ਇਹ ਕਿਹਾ ਸੀਗਾ ਵੀ ਜਿਹੜਾ ਰੱਬ ਨੇ ਤਾਂ ਦੁਨੀਆ ਬਣਾ ਦਿੱਤੀ, ਪਰ ਹੁਣ ਇਸ ਨੂੰ ਦੁਨੀਆ ਨੂੰ ਚਲਾਉਣ ਦਾ ਜਿਹੜਾ ਅਧਿਕਾਰ ਆ ਉਹ
ਮਨੁੱਖ ਕੋਲ ਆ। ਇਸ ਲਈ ਸਾਰਾ ਕੁਛ ਆ ਜਿਹੜਾ ਉਹ ਮਨੁੱਖ ਹੀ ਕਰ ਰਿਹਾ ਵਾ। ਬੁਕੇਮੀਓ, ਜਿਨ੍ਹਾਂ ਨੂੰ ਇਟਾਲੀਅਨ ਲੇਖਣ ਦਾ ਜਨਕ ਕਿਹਾ ਜਾਂਦਾ ਵਾ, ਇਹਨਾਂ ਦੀ ਜਿਹੜੀ ਪ੍ਰਸਿੱਧ ਪੁਸਤਕ ਸੀਗੀ ਉਹਦਾ ਨਾਂ ਸੀਗਾ ਡੇਕਾਮੇਰਨ। ਅੱਗੇ ਆ ਜਾਂਦਾ ਜੀ ਮੈਕਿਆਵਲੀ। ਇਸ ਨੂੰ ਆਧੁਨਿਕ ਵਿਸ਼ੇ ਦੇ ਪਹਿਲੇ ਰਾਜਨੀਤਿਕ ਚਿੰਤਨ ਦੀ ਤੌਰ ਤੇ ਜਾਣਿਆ ਜਾਂਦਾ ਹੈ। ਇਸ ਨੇ ਪ੍ਰਸਿੱਧ ਬੁੱਕ ਦਾ ਪ੍ਰਿੰਸ ਦੀ ਰਚਨਾ ਕੀਤੀ ਹੈ। ਅਗਲਾ ਪੁਆਇੰਟ ਜੀ, ਯੂਰਪ ਵਿੱਚ ਪੁਨਰ ਜਾਗਰਣ ਹੋਣ ਦੇ ਕਾਰਨ। ਤਾਂ ਸਭ ਤੋਂ ਜਿਹੜਾ ਪਹਿਲਾ ਕਾਰਨ ਸੀਗਾ ਉਸ ਸਮੇਂ ਵਪਾਰ ਅਤੇ ਨਗਰਾਂ ਦਾ ਨਿਰਮਾਣ। ਇਸ ਸਮੇਂ ਮੱਧ ਵਪਾਰੀ ਵਰਗ ਆ ਗਿਆ ਸੀ। ਯੂਰਪ ਦਾ ਸੰਬੰਧ ਹੋਰ ਦੇਸ਼ਾਂ ਨਾਲ ਦੂਰ ਦੂਰ ਤੱਕ ਹੋਇਆ। ਫਿਰ ਵਪਾਰੀਆਂ ਦਾ ਜਿਹੜਾ ਸ਼ਾਸਕ ਅਤੇ ਧਰਮ ਨਾਲ ਟਕਰਾਅ ਹੋਇਆ ਅਤੇ ਵਪਾਰੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਵਪਾਰੀਆਂ ਨੇ ਵਿਰੋਧ ਇਸ ਲਈ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਜਿਹੜਾ ਸਾਰਾ ਟੈਕਸ ਹੈਗਾ ਉਹ ਵਪਾਰੀ ਵਰਗ ਜਿਹੜਾ ਪੇ ਕਰਦਾ ਸੀਗਾ, ਲਈ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਅਗਲਾ ਪੁਆਇੰਟ, ਪੂਰਬ ਨਾਲ ਸੰਪਰਕ। ਵਪਾਰ ਲਈ ਵਪਾਰੀਆਂ ਨੇ ਪੂਰਬੀ ਦੇਸ਼ਾਂ ਨਾਲ ਸੰਪਰਕ ਕੀਤਾ। ਅਗਲਾ ਪੁਆਇੰਟ, ਕਾਗਜ਼ ਦਾ ਆਵਿਸ਼ਕਾਰ। ਗੁਟਨਬਰਗ ਨੇ ਪ੍ਰਿੰਟਿੰਗ ਪ੍ਰੈਸ ਦਾ ਆਵਿਸ਼ਕਾਰ ਕੀਤਾ। ਇਸ ਦੇ ਨਾਲ ਕਿਤਾਬਾਂ ਦੀ ਜਿਹੜੀ ਛਪਾਈ ਹੈਗੀ ਉਹ ਸ਼ੁਰੂ ਹੋਈ। ਕਿਤਾਬਾਂ ਦੀ ਛਪਾਈ ਸ਼ੁਰੂ ਹੋਣ ਦੇ ਨਾਲ ਕੀ ਹੋਇਆ, ਜਿਹੜਾ ਸਾਹਿਤ ਨੇ ਤਰੱਕੀ ਕੀਤੀ। ਗਿਆਨ ਸੀਗਾ ਜਿਹੜਾ ਸਸਤਾ ਮਿਲਣ ਲੱਗ ਗਿਆ ਸੀ। ਇਸ ਦੇ ਨਾਲ ਹੀ ਜਿਹੜੀ ਹੈਗੀ ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਧਰਮ ਦੇ ਖਿਲਾਫ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਈਬਲ ਦਾ ਆਸਾਨ ਭਾਸ਼ਾ ਵਿੱਚ ਅਨੁਵਾਦ ਕੀਤਾ, ਜਿਸ ਦੇ ਨਾਲ ਕੀ ਹੋਇਆ ਕਿ ਜਿਹੜੇ ਧਰਮ ਗੁਰੂ ਸੀਗੇ ਉਹ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਸੀ। ਅਗਲਾ ਪੁਆਇੰਟ, ਧਰਮ ਯੁੱਧ। ਈਸਾਈ ਧਰਮ ਦੇ ਪਵਿੱਤਰ ਸਥਾਨ ਯਰੂਸ਼ਲਮ ਨੂੰ ਲੈ ਕੇ ਤੁਰਕਾਂ ਅਤੇ ਈਸਾਈਆਂ ਦੇ ਵਿੱਚ ਇੱਕ ਯੁੱਧ ਹੋਇਆ। ਇਹ ਯੁੱਧ ਨੂੰ ਧਰਮ ਯੁੱਧ ਕਿਹਾ ਗਿਆ ਹੈ। ਇਹ ਯੁੱਧ 11ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਮੱਧ ਵਿੱਚ ਹੋਇਆ ਅਤੇ ਤੁਰਕਾਂ ਦੀ ਜਿੱਤ ਹੋਈ। ਪਰ ਈਸਾਈਆਂ ਦੇ ਧਰਮ ਗੁਰੂਆਂ ਨੇ ਕਿਹਾ ਸੀਗਾ ਕਿ ਈਸਾਈ ਜਿੱਤਣਗੇ, ਪਰ ਹੋਇਆ ਇਸ ਦੇ ਉਲਟ ਕਿ ਈਸਾਈ ਹਾਰ ਗਏ। ਇਸ ਲਈ ਜਿਹੜਾ ਲੋਕਾਂ ਦਾ ਵਿਸ਼ਵਾਸ ਜਿਹੜਾ ਧਰਮ ਤੋਂ ਉੱਠ ਗਿਆ ਸੀਗਾ। ਇਹ ਵੀ ਇੱਕ ਮਹੱਤਵਪੂਰਨ ਕਾਰਨ ਸੀ ਜਿਹੜਾ ਯੂਰਪ ਦੇ ਵਿੱਚ ਪੁਨਰ ਜਾਗਰਣ ਹੋਣ ਦੇ ਲਈ। ਅਗਲਾ ਪੁਆਇੰਟ, ਮੰਗੋਲ ਸਾਮਰਾਜ ਦਾ ਸੰਸਕ੍ਰਿਤ ਮਹੱਤਵ। ਮੰਗੋਲ ਦੇ ਰਾਜਾ ਕੁਬਲਾਈ ਖਾਂ ਦੇ ਦਰਬਾਰ ਵਿੱਚ ਪੂਰਬ ਅਤੇ ਪੱਛਮ ਦੇ ਵਿਦਵਾਨਾਂ ਦੇ ਲਈ ਮਿਲਣ ਲਈ ਥਾਂ ਸੀ। 72 ਈਸਵੀ ਵਿੱਚ ਵੇਨਿਸ ਯਾਤਰੀ ਮਾਰਕ ਪੋਲੋ ਇੱਥੇ ਆਇਆ ਸੀ ਅਤੇ ਜਿਹੜਾ ਇੱਥੋਂ ਦਾ ਜਿਹੜਾ ਗਿਆਨ ਸੀਗਾ ਉਹ ਯੂਰਪ ਵਿੱਚ ਲੈ ਗਿਆ ਸੀਗਾ। ਇਸ ਤੋਂ ਬਾਅਦ ਕੀ ਹੋਇਆ, ਇਸ ਤੋਂ ਬਾਅਦ ਜਿਹੜਾ ਯੂਰਪ ਦੇ ਵਿੱਚ ਸਾਮੰਤਵਾਦ ਦਾ ਪ੍ਰਭਾਵ ਆ ਜਿਹੜਾ ਉਹ ਘਟ ਗਿਆ ਸੀ ਅਤੇ ਪੂੰਜੀਵਾਦੀਆਂ ਦੀ ਸ਼ੁਰੂਆਤ ਹੋ ਗਈ ਸੀਗੀ। ਇੱਕ ਹੋਰ ਬਹੁਤ ਹੀ ਮਹੱਤਵਪੂਰਨ ਕਾਰਨ ਸੀ ਕੁਸਤਨਤੁਨੀਆ ਦਾ ਪਤਨ। ਪੂਰਬੀ ਰੋਮਨ ਸਾਮਰਾਜ ਦੀ ਜਿਹੜੀ ਇਹ ਰਾਜਧਾਨੀ ਸੀਗੀ 1453 ਈਸਵੀ ਵਿੱਚ ਤੁਰਕਾਂ ਨੇ ਕੁਸਤਨਤੁਨੀਆ ਉੱਤੇ ਅਧਿਕਾਰ ਕਰ ਲਿਆ। ਕੁਸਤਨਤੁਨੀਆ ਦੇ ਉੱਤੇ ਅਧਿਕਾਰ ਕਰਨ ਦੇ ਨਾਲ ਕੀ ਆ, ਜਿਹੜਾ ਯੂਰਪ ਦਾ ਜਿਹੜਾ ਜ਼ਮੀਨੀ ਸੰਪਰਕ ਸੀਗਾ ਉਹ ਪੂਰਬੀ ਦੇਸ਼ਾਂ ਦੇ ਨਾਲ ਟੁੱਟ ਗਿਆ ਸੀਗਾ ਅਤੇ ਜਾਣ ਆਉਣ ਦਾ ਜਿਹੜਾ ਮਾਰਗ ਸੀ ਉਹ ਬੰਦ ਹੋ ਗਿਆ ਸੀ। ਫਿਰ ਕੀ ਹੋਇਆ, ਫਿਰ ਪੂਰਬੀ ਦੇਸ਼ਾਂ ਦੇ ਨਾਲ ਵਪਾਰ ਕਰਨ ਦੇ ਲਈ ਜਲ ਮਾਰਗਾਂ ਦੀ ਖੋਜ ਹੋਣੀ ਸ਼ੁਰੂ ਹੋ ਗਈ। ਇਸ ਦੇ ਨਾਲ ਕੋਲੰਬਸ, ਵਾਸਾਗੋ ਡੀ ਗਾਮਾ ਅਤੇ ਮੈਗਲਨ ਨੇ ਅਨੇਕਾਂ ਦੇਸ਼ਾਂ ਦੀ ਖੋਜ ਕੀਤੀ। ਇਹ ਵੀ ਇੱਕ ਬਹੁਤ ਮਹੱਤਵਪੂਰਨ ਕਾਰਨ ਸੀਗਾ। ਅੱਗੇ ਦੇਖਦੇ ਹਾਂ, ਪ੍ਰਾਚੀਨ ਸਾਹਿਤ ਦੀ ਖੋਜ। ਇਸ ਦੇ ਵਿੱਚ ਪੈਟਰਿਕ, ਦੰਤੇ ਅਤੇ ਬੇਕਨ ਵਰਗੇ ਵਿਦਵਾਨਾਂ ਨੇ ਪ੍ਰਾਚੀਨ ਗ੍ਰੰਥਾਂ ਦਾ ਅਲੱਗ-ਅਲੱਗ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਅਤੇ ਲੋਕਾਂ ਨੂੰ ਗੁੰਝਲਦਾਰ ਵਿਸ਼ਿਆਂ ਤੋਂ ਜਾਣੂ ਕਰਵਾਇਆ। ਜਿਹੜੇ ਪੋਪ ਸੀਗਾ ਜਾਂ ਪਾਦਰੀ ਸੀਗੇ ਉਹ ਧਾਰਮਿਕ ਗੱਲਾਂ ਕਹਿ ਕੇ ਲੋਕਾਂ ਨੂੰ ਤੰਗ ਕਰੀ ਜਾਂਦੇ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਸੀਗਾ ਜ਼ੁਲਮ ਕਰਦੇ ਸੀਗੇ, ਕਿਉਂਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਸੀਗਾ ਵੀ ਕੀ ਲਿਖਿਆ ਧਰਮ ਦੇ ਵਿੱਚ। ਉਹਨਾਂ ਨੇ ਕਿਹੜਾ ਇਹ ਕਿਤਾਬਾਂ ਪੜ੍ਹੀਆਂ ਹੁੰਦੀਆਂ ਸੀਗੀਆਂ, ਨਾ ਤਾਂ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਸੀ। ਪਰ ਪੈਟਰਿਕ, ਦੰਤੇ ਅਤੇ ਬੇਕਨ ਵਰਗੇ ਜਿਹੜੇ ਉਹਨਾਂ ਨੇ ਅਲੱਗ-ਅਲੱਗ ਭਾਸ਼ਾ ਦੇ ਵਿੱਚ ਜਦੋਂ ਇਹਦਾ ਅਨੁਵਾਦ ਕੀਤਾ ਤਾਂ ਲੋਕਾਂ ਨੂੰ ਇਸ ਦੀ ਸਮਝ ਆਈ। ਉਹ ਇਸ ਗੱਲ ਤੋਂ ਜਾਣੂ ਹੋਏ ਕਿ ਜਿਹੜੇ ਨੇ ਕਿ ਪਾਦਰੀ ਨੇ ਉਹ ਸਾਨੂੰ ਮੂਰਖ ਬਣਾਈ ਜਾਂਦੇ ਨੇ। ਅਗਲਾ ਪੁਆਇੰਟ, ਮਾਨਵਵਾਦੀ ਵਿਚਾਰਧਾਰਾ ਦੀ ਸ਼ੁਰੂਆਤ। ਇਸ ਦੇ ਵਿੱਚ ਪੈਟਰਿਕ ਨੇ ਮਾਨਵਵਾਦੀ ਵਿਚਾਰਧਾਰਾ ਦਾ ਸਮਰਥਨ ਕੀਤਾ। ਪੋਪ ਤੇ ਜਿਹੜੇ ਪਾਦਰੀ ਸੀ ਉਹ ਕਹਿ ਦਿੰਦੇ ਸੀ ਕਿ ਸਾਰਾ ਕੁਛ ਜਿਹੜਾ ਉਹ ਰੱਬ ਨੇ ਹੀ ਕੀਤਾ। ਪੈਟਰਿਕ ਦੇ ਅਨੁਸਾਰ ਕੀ ਆ, ਜਿਹੜਾ ਵੀ ਰੱਬ ਸੀਗਾ, ਜਿਹੜਾ ਰੱਬ ਨੇ ਜਦੋਂ ਇਨਸਾਨ ਬਣਾ ਦਿੱਤੇ ਤਾਂ ਬਸ ਉਸਦਾ ਕੰਮ ਉੱਥੇ ਖਤਮ ਹੋ ਗਿਆ। ਪਰ ਹੁਣ ਜਿਹੜੀ ਆ ਦੁਨੀਆ ਨੂੰ ਚਲਾਉਣ ਦੀ ਜ਼ਿੰਮੇਵਾਰੀ ਹੈਗੀ ਉਹ ਸਾਰੀ ਹੈਗੀ ਆ ਮਨੁੱਖ ਦੀ, ਤੇ ਮਨੁੱਖ ਹੀ ਆ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਵਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪੁਨਰ ਜਾਗਰਣ ਦਾ ਪ੍ਰਭਾਵ ਕਿਸ ਤੇ ਪਿਆ। ਪੁਨਰ ਜਾਗਰਣ ਦਾ ਪ੍ਰਭਾਵ ਮੁੱਖ ਰੂਪ ਵਿੱਚ ਤਤਕਾਲੀਨ ਧਰਮ, ਰਾਜਨੀਤੀ, ਸਮਾਜ, ਕਲਾ ਅਤੇ ਵਿਗਿਆਨ ਤੇ ਪਿਆ। ਤਾਂ ਪਹਿਲਾਂ ਦੇਖਦੇ ਹਾਂ ਆਪਾਂ ਵੀ ਸਾਹਿਤ ਦੇ ਉੱਤੇ ਜਿਹੜਾ ਪ੍ਰਭਾਵ ਕੀ ਪਿਆ ਸੀ। ਦੰਤੇ ਨੇ ਡਿਵਾਈਨ ਕਮੇਡੀ ਨਾਂ ਦਾ ਕਾਵਿ ਲਿਖਿਆ। ਟਾਮਸ ਮਾਰੂ ਨੇ ਯੂਟੋਪੀਆ ਅਤੇ ਚੌਸਰ ਨੇ ਕੈਟਾਵਰੀ ਟੈਲਸ ਨਾਂ ਦੀ ਰਚਨਾ ਕੀਤੀ।
ਫਰਾਂਸੀਸੀ ਬੇਕਨ ਉਸ ਸਮੇਂ ਦੇ ਮਹਾਨ ਲੇਖਾਕਾਰ ਸੀ। ਇਰਾਸਮਸ ਨੇ ਦਾ ਫਰੈਂਡਸ ਆਫ ਫੈਲੀ ਮੂਰਖਤਾ ਦੀ ਪ੍ਰਸ਼ੰਸਾ ਪੁਸਤਕ ਸੀ ਜਿਹੜੀ ਉਸ ਸਮੇਂ ਲਿਖੀ ਸੀਗੀ। ਮਾਰਟਿਨ ਲੂਥਰ ਨੇ ਬਾਈਬਲ ਦਾ ਜਰਮਨੀ ਦੇ ਵਿੱਚ ਅਨੁਵਾਦ ਕੀਤਾ ਸੀ। ਰੋਮੀਓ ਐਂਡ ਜੂਲੀਅਟ ਅਤੇ ਸ਼ੇਕਸਪੀਅਰ ਦੀ ਅਮਰ ਕਹਾਣੀ ਉਸ ਸਮੇਂ ਦੇ ਵਿੱਚ ਹੀ ਲਿਖੀ ਗਈ ਸੀ। ਪੁਨਰ ਜਾਗਰਣ ਦਾ ਕਲਾ ਦੇ ਖੇਤਰ ਉੱਤੇ ਪ੍ਰਭਾਵ। ਇਹ ਜਿਹੜਾ ਕਲਾ ਦੇ ਖੇਤਰ ਉੱਤੇ ਜਿਹੜਾ ਪ੍ਰਭਾਵ ਪਿਆ ਸੀ, ਇਹ ਪਿਆ ਸੀ ਚਿੱਤਰਕਲਾ, ਮੂਰਤੀ ਕਲਾ ਅਤੇ ਸੰਗੀਤ ਦੇ ਉੱਤੇ। ਪ੍ਰਮੁੱਖ ਕਲਾਕਾਰ ਕਿਹੜੇ ਸੀਗੇ? ਉਹਨਾਂ ਦੇ ਵਿੱਚੋਂ ਇੱਕ ਸੀਗਾ ਲਿਓਨਾਰਦੋ ਦਾ ਵਿੰਚੀ। ਜਿਹੜਾ ਲਿਓਨਾਰਦੋ ਦਾ ਵਿੰਚੀ ਸੀਗਾ, ਇਹ ਇੱਕ ਚਿੱਤਰਕਾਰ ਸੀ, ਮੂਰਤੀਕਾਰ ਸੀਗਾ, ਵਿਗਿਆਨੀ ਸੀਗਾ, ਦਾਰਸ਼ਨਿਕ ਸੀਗਾ, ਕਵੀ ਸੀਗਾ ਅਤੇ ਗਾਇਕ ਸੀ। ਪਰ ਜੇਕਰ ਇਸ ਦੇ ਪ੍ਰਸਿੱਧ ਚਿੱਤਰਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਸੀਗਾ ਦਾ ਲਾਸਟ ਸੁਪਰ ਅਤੇ ਮੋਨਾਲੀਸਾ। ਮੋਨਾਲੀਸਾ ਦੀ ਜਿਹੜੀ ਪੇਂਟਿੰਗ ਆ ਸਭ ਤੋਂ ਵੱਧ ਫੇਮਸ ਆ ਗਈ ਵਰਲਡ ਦੇ ਵਿੱਚ। ਅੱਗੇ ਆ ਜਾਂਦਾ ਵਾ ਜੀ ਮਾਈਕਲ ਐਂਜਲੋ। ਮਾਈਕਲ ਐਂਜਲੋ ਮੂਰਤੀਕਾਰ ਸੀਗਾ। ਦਾ ਲਾਸਟ ਜੱਜਮੈਂਟ, ਦਾ ਫੁੱਲ ਆਫ ਮੈਨ ਅਤੇ ਡੇਵਿਸ ਪਿਆਥਾ ਦੀ ਜਿਹੜੀ ਹੈਗੀ ਇਹਨੇ ਮੂਰਤੀਆਂ ਬਣਾਈਆਂ ਸੀਗੀਆਂ। ਰਾਫੇਲ ਉਦੋਂ ਦਾ ਚਿੱਤਰਕਾਰ ਸੀਗਾ ਜਿਸ ਨੇ ਯੀਸ਼ੂ ਦੀ ਮਾਂ ਮੈਡੋਨਾ ਦਾ ਚਿੱਤਰ ਬਣਾਇਆ ਸੀਗਾ। ਅੱਗੇ ਦੇਖਦੇ ਹਾਂ ਕਿ ਵਿਗਿਆਨਿਕ ਖੇਤਰ ਉੱਤੇ ਜਿਹੜਾ ਪ੍ਰਭਾਵ ਕੀ ਪਿਆ ਸੀਗਾ ਪੁਨਰ ਜਾਗਰਣ ਦਾ। ਤਾਂ ਇਹਦੇ ਵਿੱਚ ਜਿਹੜਾ ਨਿਊਟਨ ਆ ਜਾਂਦਾ ਜੀ। ਨਿਊਟਨ ਨੇ ਗੁਰਤਵਾਕਰਸ਼ਣ ਦੇ ਨਿਯਮ ਬਾਰੇ ਪਤਾ ਲਗਾਇਆ ਜੀ। ਗੁਟਨਬਰਗ ਨੇ ਪ੍ਰਿੰਟਿੰਗ ਪ੍ਰੈਸ ਦਾ ਅਵਿਸ਼ਕਾਰ ਕੀਤਾ। 13ਵੇਂ ਪੋਪ ਗੈਗਰੀ, ਜਿਨ੍ਹਾਂ ਨੇ ਸੂਰਜੀ ਸਾਲ ਪੇਸ਼ ਕੀਤਾ ਸੀਗਾ, ਜੋ ਕਿ ਗੈਗਰੀ ਕੈਲੰਡਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੱਗੇ ਹੋਰ ਕੀ ਕੀ ਪ੍ਰਭਾਵ ਪਿਆ ਸਾਇੰਸ ਦੇ ਉੱਤੇ? ਅੱਗੇ ਆ ਜਾਂਦਾ ਜੀ ਰੋਜਰ ਬੇਕਰ। ਆਧੁਨਿਕ ਪ੍ਰਯੋਗਾਤਮਕ ਵਿਗਿਆਨ ਦਾ ਜਨਮਦਾਤਾ ਰੋਜਰ ਬੇਕਰ ਨੂੰ ਮੰਨਿਆ ਜਾਂਦਾ ਜੀ। ਅੱਗੇ ਆ ਜਾਂਦਾ ਜੀ ਕਾਪਰਨਿਕਸਨ ਨੇ ਸੂਰਜੀ ਕੇਂਦਰਿਤ ਸਿਧਾਂਤ ਦਿੱਤਾ। ਪਹਿਲਾਂ ਕੀ ਸੀਗਾ? ਪਹਿਲਾਂ ਜਿਹੜਾ ਮੰਨਿਆ ਜਾਂਦਾ ਸੀਗਾ ਵੀ ਜਿਹੜੀ ਧਰਤੀ ਹੈਗੀ ਉਹ ਸੈਂਟਰ ਦੇ ਵਿੱਚ ਆ ਅਤੇ ਜਿਹੜੇ ਬਾਕੀ ਸਾਰੇ ਗ੍ਰਹਿ ਨੇਗੇ ਜਾਂ ਸੂਰਜ ਹੈਗਾ ਉਹ ਧਰਤੀ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਨੇ। ਪਰ ਕਾਪਰਨਿਕਸਨ ਨੇ ਇਹ ਕਿਹਾ ਵੀ ਜਿਹੜਾ ਸੂਰਜ ਹੈਗਾ ਉਹ ਕੇਂਦਰ ਦੇ ਵਿੱਚ ਆ ਅਤੇ ਜਿਹੜੇ ਬਾਕੀ ਗ੍ਰਹਿ ਨੇ ਸਾਰੇ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਨੇ। ਅੱਗੇ ਆ ਜਾਂਦਾ ਜੀ ਗੈਲੀਲੀਓ ਨੇ ਟੈਲੀਸਕੋਪ ਦਾ ਅਵਿਸ਼ਕਾਰ ਕੀਤਾ। ਗੈਲੀਲੀਓ ਦੇ ਟੈਲੀਸਕੋਪ ਦੇ ਅਵਿਸ਼ਕਾਰ ਦੇ ਨਾਲ ਹੀ ਜਿਹੜਾ ਕਾਪਰਨਿਕਸਨ ਦਾ ਸੂਰਜ ਕੇਂਦਰਿਤ ਸਿਧਾਂਤ ਸੀਗਾ ਉਹ ਪੁਖਤਾ ਹੋ ਗਿਆ ਸੀਗਾ, ਜਾਣੀ ਕਿ ਪੱਕਾ ਹੋ ਗਿਆ ਸੀਗਾ ਵੀ ਉਹ ਜਿਹੜਾ ਸੀਗਾ ਸਿਧਾਂਤ ਕਾਪਰਨਿਕਸਨ ਦਾ ਉਹ ਸਹੀ ਸੀਗਾ। ਅੱਗੇ ਆ ਜਾਂਦੇ ਆ ਜੀ, ਤਾਂ ਅੱਗੇ ਆ ਜਾਂਦਾ ਵਾ ਜੀ ਕੈਪਲਰ ਨੇ ਇਹ ਦੱਸਿਆ ਵੀ ਜਿਹੜੇ ਗ੍ਰਹਿ ਨੇ ਸੂਰਜ ਦੇ ਦੁਆਲੇ ਕਿਵੇਂ ਘੁੰਮਦੇ ਨੇ ਜਾਂ ਕਿਵੇਂ ਚੱਕਰ ਲਗਾਉਂਦੇ ਨੇ, ਉਹਨਾਂ ਦਾ ਜਿਹੜਾ ਔਰਬਿਟ ਆ ਵਾ ਉਹ ਵੀ ਉਹ ਕਿੱਦਾਂ ਦਾ ਵਾ। ਅੱਗੇ ਹੋਰ ਕੀ ਹੋਇਆ ਜੀ ਪੁਨਰ ਜਾਗਰਣ ਦੇ ਨਾਲ? ਨਵੇਂ ਵਪਾਰਕ ਮਾਰਗਾਂ ਦੀ ਜਿਹੜੀ ਹੈਗੀ ਖੋਜ ਹੋ ਗਈ। ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ। ਵਾਸਾਕੋ ਡੀ ਗਾਮਾ ਨੇ ਭਾਰਤ ਤੱਕ ਦਾ ਸਮੁੰਦਰੀ ਮਾਰਗ ਜਿਹੜਾ ਉਹ ਖੋਜ ਲਿਆ ਸੀਗਾ ਜੀ। ਅੱਗੇ ਆ ਜਾਂਦੇ ਆ ਜੀ ਮੈਗਲਨ। ਪ੍ਰਸ਼ਾਂਤ ਮਹਾਸਾਗਰ ਦਾ ਨਾਂ ਮੈਗਲਨ ਨੇ ਦਿੱਤਾ ਅਤੇ ਸਮੁੰਦਰੀ ਮਾਰਗਾਂ ਰਾਹੀਂ ਪੂਰਾ ਸੰਸਾਰ ਘੁੰਮਣ ਵਾਲਾ ਜਿਹੜਾ ਇਹ ਪਹਿਲਾ ਵਿਅਕਤੀ ਬਣਿਆ। ਇਹ ਸੀਗੇ ਜੀ ਪੁਨਰ ਜਾਗਰਣ ਦੇ ਨਾਲ ਸੰਬੰਧਿਤ ਜਿਹੜੇ ਮਹੱਤਵਪੂਰਨ ਪੁਆਇੰਟ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਜੇਕਰ ਤੁਸੀਂ ਕਿਸੇ ਹੋਰ ਟੌਪਿਕ ਦੇ ਉੱਤੇ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੀ।